ਪੰਜਾਬ ਸਰਕਾਰ ਨੂੰ ਲੈ ਕੇ ਵਿਰੋਧੀ ਤਾਂ ਨੀਤੀ ਘੇਰੇ ਨੇ, ਕੁਝ ਆਪਣੇ ਵੀ ਆ ਜਿਹੜੇ ਕਹਿ ਰਹੇ ਨੇ ਕਿ 22 ਬਹੁਤੀ ਦੂਰ ਨਹੀਂ ਰਹਿ ਗਈ, ਸਾਨੂੰ ਸੋਚਣਾ ਪਏਗਾ, ਜੋ ਵਾਅਦੇ ਪੂਰੇ ਕਰਨੇ ਆ, ਜਿਹੜੇ ਵਾਅਦੇ ਕੀਤੇ ਸੀ ਉਹ ਪੂਰੇ ਕਰਨੇ ਪੈਣਗੇ। ਇਸ ਬਾਬਤ ਅਸੀਂ ਕਾਂਗਰਸ ਪਾਰਟੀ ਦੇ ਵਿਧਾਇਕ ਪਦਮ ਸ਼੍ਰੀ ਪ੍ਰਗਟ ਸਿੰਘ ਹੋਣਾ ਨਾਲ ਗੱਲਬਾਤ ਕਰਾਂਗੇ। ਭਾਈ ਮੈਨੂੰ ਇੱਕ ਗੱਲ ਦੱਸੋ, ਤੁਹਾਨੂੰ ਕੀ ਲੋੜ ਪੈ ਗਈ ਇਹ ਕਹਿਣ ਦੀ ਕਿ ਸਾਡੇ ਤੇ ਕੈਪਟਨ ਅਮਰਿੰਦਰ ਕਰਨ ਅਵਤਾਰ ਨਹੀਂ? ਕਰਨ ਅਵਤਾਰ ਦਾ ਕੀ ਲੈਣਾ ਦੇਣਾ ਆ ਗਿਆ ਜੀ? ਨਹੀਂ ਆ ਪਿੱਛੇ ਜੇ ਮੈਂ ਤਾਂ ਲੜਾਈ ਸੁਣੀ ਸੀਗੀ ਤੇ ਇਸ ਲੜਾਈ ਦੇ ਵਿੱਚ ਮੈਨੂੰ ਐ ਲੱਗਦਾ ਕਿ ਸਾਨੂੰ ਇਸ ਝਮੇਲੇ 'ਚ ਨਹੀਂ ਪੈਣਾ ਚਾਹੀਦਾ। ਕਲੈਰਿਟੀ ਤਾਂ ਇਹੀ ਆ ਵੀ ਕੈਪਟਨ ਅਮਰਿੰਦਰ ਸਿੰਘ ਦੀ ਗਵਰਨਮੈਂਟ ਆ, ਚੀਫ ਸੈਕਟਰੀ ਦੀ ਗਵਰਨਮੈਂਟ ਥੋੜੀ ਹੁੰਦੀ ਆ। ਸੋ ਇਸ ਕਰਕੇ ਇਸ ਇਸ਼ੂ ਤੇ ਤਾਂ ਮੈਨੂੰ ਨਹੀਂ ਲੱਗਦਾ ਸਾਨੂੰ ਲੜਨਾ ਚਾਹੀਦਾ ਜਾਂ ਉਲਝਣਾ ਚਾਹੀਦਾ। ਪਤਾ ਲੱਗਾ ਜਿਸ ਤਰ੍ਹਾਂ ਕਰਨ ਅਵਤਾਰ ਸਿੰਘ ਪੰਜਾਬ ਕਾਂਗਰਸ ਨੂੰ ਇਹ ਲੱਗਦਾ ਕਿ ਉਹ ਸਾਡੇ ਸੁਪਰੀਮ ਬਣਾਏ ਜਾ ਰਹੇ ਨੇ, ਸਾਡੀ ਸੁਣਵਾਈ ਨਹੀਂ ਹੈਗੀ, ਸਾਡੇ ਫੋਨ ਨਹੀਂ ਚੁੱਕੇ ਜਾ ਰਹੇ ਹੈਗੇ ਨੇ, ਸਾਡਾ ਪੰਜਾਬ ਲੁੱਟਿਆ ਗਿਆ ਐਕਸਾਈਜ਼ ਦੇ ਮਸਲੇ ਦੇ ਵਿੱਚ, ਤੇ ਅੱਜ ਉਹੀ ਕਰਨ ਅਵਤਾਰ ਸਿੰਘ ਨੂੰ ਇੱਕ ਪਾਸੇ ਬਚਾਉਣ ਦੇ ਯਤਨ ਵੀ ਕੀਤੇ ਜਾ ਰਹੇ ਨੇ। ਨਹੀਂ ਯਾਰ, ਮੈਂ ਇੱਕ ਡਿਫਰੈਂਟ ਓਪੀਨੀਅਨ ਰੱਖਦਾ ਹੈਗਾ। ਦੇਖੋ, ਲੈਜਿਸਲੇਚਰ ਦੀ ਔਰ ਮਿਨਿਸਟਰਸ ਦੀ ਰਿਸਪੈਕਟ ਹੋਣੀ ਚਾਹੀਦੀ ਹੈ, ਇਲੈਕਟਡ ਰਿਪਰੈਜ਼ੈਂਟੇਟਿਵ ਦੀ, ਬਟ ਐਟ ਦਾ ਸੇਮ ਟਾਈਮ ਅਲਟੀਮੇਟਲੀ ਜਿਹੜੀ ਅਥਾਰਟੀ ਆ ਉਹ ਇਲੈਕਟਡ ਰਿਪਰੈਜ਼ੈਂਟੇਟਿਵ ਆ, ਕਿਉਂਕਿ ਮਿਨਿਸਟਰ ਇਜ਼ ਦਾ ਇੰਚਾਰਜ, ਮਿਨਿਸਟਰ ਇਜ਼ ਦਾ ਗਵਰਨਮੈਂਟ। ਜਿੰਨੀ ਕੁ ਮੈਨੂੰ ਸਮਝ ਆਉਂਦੀ ਹੈਗੀ ਆ ਉਹਦੇ ਵਿੱਚ ਜਿਹਦੇ ਕੋਲ ਓਵਰਰਾਈਡਿੰਗ ਪਾਵਰ ਹੋਵੇ, ਵੀ ਮੰਨ ਲਓ ਤੁਹਾਡੇ ਨਾਲੋਂ ਜਿਹੜਾ ਸੁਪੀਰੀਅਰ ਹੈ ਤੇ ਸਭ ਨਾਲੋਂ ਸੁਪੀਰੀਅਰ ਇਜ਼ ਦਾ ਚੀਫ ਮਿਨਿਸਟਰ ਐਂਡ ਦਾ ਕੰਸਰਨਡ ਮਿਨਿਸਟਰ। ਔਰ ਦੂਸਰੀ ਗੱਲ ਹੈ ਕਿ ਬਿਊਰੋਕਰੈਟ ਨੇ 20-25-30 ਸਾਲ ਕੰਮ ਕੀਤਾ ਹੁੰਦਾ ਤੇ ਮੈਨੂੰ ਨਹੀਂ ਲੱਗਦਾ ਵੀ ਸਾਨੂੰ ਇਸ ਗੱਲ ਲਈ ਉਲਝਣਾ ਚਾਹੀਦਾ ਵੀ ਹਾਂ ਵੀ ਕਿਹੜੀ ਚੀਜ਼, ਜਿਹੜੀ ਚੀਜ਼ ਤੁਹਾਨੂੰ ਲੱਗਦਾ ਕਿ ਬੈਸਟ ਹੈਗੀ ਆ ਉਹਦੇ ਤੇ ਸਾਨੂੰ ਪਹਿਰਾ ਦੇਣ ਦੀ ਜ਼ਰੂਰਤ ਹੈ। ਇਸੇ ਕਰਕੇ ਤਾਂ ਗਵਰਨਮੈਂਟ ਜਿਹੜੀਆਂ ਇਲੈਕਟ ਹੁੰਦੀਆਂ ਹੈਗੀਆਂ। ਤਾਂ ਲੱਗਦਾ ਕਿ ਕਾਂਗਰਸ ਪਾਰਟੀ ਦੇ ਵਿੱਚ ਖਿਲਾਰਾ ਇੰਨਾ ਜ਼ਿਆਦਾ ਪੈ ਗਿਆ ਹੈਗਾ ਕਿ ਹੁਣ ਖਿਲਾਰਾ ਇਕੱਠਾ ਕਰਨਾ ਮੁਸ਼ਕਲ ਹੁੰਦਾ ਜਾ ਰਿਹਾ ਹੈਗਾ ਜੀ। ਨਹੀਂ, ਖਿਲਾਰੇ ਦੀ ਤਾਂ ਮੈਨੂੰ ਤਾਂ ਨਹੀਂ ਲੱਗਦਾ ਕੋਈ ਗੱਲ ਹੈਗੀ, ਕਲੈਰਿਟੀ ਦੀ ਗੱਲ ਹੈਗੀ ਆ। ਕਲੈਰਿਟੀ ਹੋਣੀ ਚਾਹੀਦੀ ਆ ਵੀ ਅਸੀਂ ਕਰਨਾ ਕੀ ਆ ਤੇ ਕਰਕੇ ਅਸੀਂ ਉਹਦੀ ਐਗਜ਼ੀਕਿਊਸ਼ਨ ਦੀ ਜ਼ਰੂਰਤ ਹੈਗੀ ਹੈ। ਮਸਲਾ ਤਾਂ ਨਹੀਂ, ਤੁਸੀਂ ਮੈਂ ਅਕਸਰ ਤੁਹਾਡੇ ਜਦੋਂ ਵੀ ਤੁਹਾਡੇ ਨਾਲ ਗੱਲ ਕਰਦਾ ਤੁਹਾਡੀ ਇੱਕ ਮੈਨੂੰ ਬੜਾ ਪਿਆਰੇ ਸ਼ਬਦ ਲੱਗਦੇ ਨੇ, ਸੋਚ, ਨਰੋਈ ਸਿਹਤ ਤੇ ਨਰੋਈ ਸੋਚ। ਜਦ ਨਰੋਈ ਸੋਚ ਦੀ ਗੱਲ ਕਰਦੇ ਹਾਂ ਤੇ ਕੈਬਨਿਟ ਮੰਤਰੀ ਕਹਿ ਰਹੇ ਕਿ ਸਾਨੂੰ ਕਰਨ ਅਵਤਾਰ ਸਿੰਘ ਮਨਜ਼ੂਰ ਨਹੀਂ ਹੈਗੇ, ਅਸੀਂ ਉਹ ਛੋਟੀ ਤੋਂ ਛੋਟੀ ਮੀਟਿੰਗ 'ਚ ਵੀ ਨਹੀਂ ਜਾਵਾਂਗੇ ਜਦ ਕਰਨ ਅਵਤਾਰ ਸਿੰਘ ਬੈਠਣਗੇ। ਤਾਂ ਲੱਗਦਾ ਕਿ ਇੱਦਾਂ ਦੇ ਮਸਲਿਆਂ ਦੇ ਨਾਲ ਸਟੇਟ ਅੱਗੇ ਅਸੀਂ ਲਿਜਾ ਪਾਵਾਂਗੇ ਜੀ? ਮੈਨੂੰ ਲੱਗਦਾ ਦੇਖੋ, ਲੌਜੀਕਲ ਡਿਸਕਸ਼ਨ ਹੋਣੀ ਚਾਹੀਦੀ ਆ। ਉਹਦੇ 'ਚ ਜੇ ਕੋਈ ਬਿਊਰੋਕਰੈਟ ਚੰਗੀ ਗੱਲ ਕਰਦਾ ਉਹਦੇ ਤੇ ਪਹਿਰਾ ਦੇ ਲੈਣਾ ਚਾਹੀਦਾ, ਜੇ ਕੋਈ ਮਿਨਿਸਟਰ ਚੰਗੀ ਗੱਲ ਕਰਦਾ ਤਾਂ ਉਹਦੇ ਤੇ ਪਹਿਰਾ ਦੇਣਾ ਚਾਹੀਦਾ। ਦੇਖੋ, ਮੀਟਿੰਗਸ ਕਿਉਂ ਹੁੰਦੀਆਂ ਨਾਰਮਲੀ ਕੀ ਆ ਕਿ ਜਦੋਂ 5-7 ਬੰਦਿਆਂ ਦਾ ਸਮੂਹ ਡਿਸਕਸ਼ਨ ਕਰਦਾ ਤੇ ਉਹਦੇ ਵਿੱਚੋਂ ਕੁਝ ਅਲੱਗ-ਅਲੱਗ ਚੀਜ਼ਾਂ ਉੱਭਰ ਕੇ ਸਾਹਮਣੇ ਆਉਂਦੀਆਂ, ਕਿਉਂਕਿ ਹਰ ਬੰਦੇ ਦਾ ਇੱਕ ਆਪਣਾ ਨਜ਼ਰੀਆ ਹੈਗਾ। ਅਸੀਂ ਸਟੇਟ ਦੇ ਕਸਟੋਡੀਅਨ ਆ ਤੇ ਸਾਡਾ ਫਰਜ਼ ਬਣਦਾ ਕਿ ਅਸੀਂ ਸਟੇਟ ਲਈ ਬੈਸਟ ਕਰੀਏ, ਕਿਉਂਕਿ ਦੇਖੋ ਗਵਰਨਮੈਂਟ ਆਫ ਇੰਡੀਆ ਨੇ ਸਾਨੂੰ ਕੁਝ ਨਹੀਂ ਦੇਣਾ ਇਸ 20 ਲੱਖ ਕਰੋੜ ਦੇ ਵਿੱਚ ਵੀ ਕੁਝ, ਕਿਉਂਕਿ ਐਗਰੇਰੀਅਨ ਸਟੇਟ ਹੈਗੀ ਆ। ਅਕਾਲੀ ਦਲ ਤਾਂ ਇੱਥੇ ਬਿਲਕੁਲ ਚੁੱਪ ਹੀ ਕਰ ਗਿਆ। ਜਿਹੜਾ ਵੱਧ ਅਧਿਕਾਰਾਂ ਦੀ ਗੱਲ ਕਰਦਾ ਸੀ ਰਾਜਾਂ ਨੂੰ, ਅੱਜ ਉਹਦੀ ਬੇਸਿਕਲੀ ਮੈਨੂੰ ਲੱਗਦਾ ਟਿੱਪਣੀ ਵੀ ਨਹੀਂ ਆਉਂਦੀ। ਲੇਕਿਨ ਐਟ ਦਾ ਸੇਮ ਟਾਈਮ ਜਦੋਂ ਇਹੋ ਜਿਹੇ ਹਾਲਾਤ ਹੋਣ, ਦੇਖੋ ਪੋਸਟ ਕਰੋਨਾ ਵੀ ਜਿਹੜਾ ਹੈਗਾ ਬਹੁਤ ਸਮੱਸਿਆਵਾਂ ਸੀਗੀਆਂ। ਆਪਾਂ ਉਹਨੂੰ ਹਰ ਚੀਜ਼ ਨੂੰ ਕਰੋਨਾ ਦੇ ਕਾਰਪੇਟ ਥੱਲੇ ਨਹੀਂ ਜਿਹੜਾ ਉਹ ਰੱਖ ਸਕਦੇ, ਕਿਉਂਕਿ ਜ਼ਿੰਦਗੀ ਇਹਦੇ ਨਾਲ ਹੀ ਚੱਲਣੀ ਆ, ਇਹਦੇ ਨਾਲ ਚੱਲਣੀ ਆ ਤੇ ਸਾਨੂੰ ਇਹ ਵੀ ਐਡਮਿਨਿਸਟ੍ਰੇਟਿਵਲੀ ਠੀਕ ਕਰਨਾ ਪਊਗਾ, ਦੇਖਣਾ ਪਊਗਾ। ਔਰ ਜਿਹੜੇ ਪੁਰਾਣੇ ਇਸ਼ੂਜ਼ ਵੀ ਹੈਗੇ ਆ, ਲਾਈਕ ਕਿਉਂਕਿ ਬਰਗਾੜੀ ਦਾ ਇਸ਼ੂ ਹੈਗਾ, ਈਵਨ ਕਿ ਪਾਵਰ ਪਰਚੇਜ਼ ਐਗਰੀਮੈਂਟ ਹੈਗੇ ਆ, ਜਿਹੜੇ ਵੀ ਇਸ਼ੂਜ਼ ਹੈਗੇ ਆ ਉਹ ਤੇ ਸਾਨੂੰ ਆਨਸਰੇਬਲ। ਮੈਂ ਨਹੀਂ ਕਹਿੰਦਾ, ਦੇਖੋ ਮੇਰੀ ਸਮੱਸਿਆ ਕਿੱਥੇ ਆ, ਮੈਂ ਕਹਿੰਦਾ ਵੀ ਜਿਹੜੀ ਗੱਲ ਠੀਕ ਆ ਆਪਾਂ ਉਹਦੇ ਤੇ ਪਹਿਰਾ ਦੇ ਲਈਏ ਤੇ ਜਿਹੜੀ ਗੱਲ ਠੀਕ ਨਹੀਂ ਹੈਗੀ ਆਪਾਂ ਉਹਨੂੰ ਕਲੀਨ ਚਿੱਟ ਦੇ ਦਈਏ। ਮੰਨ ਲਓ ਇਰੀਗੇਸ਼ਨ ਵਾਲਿਆਂ ਨੇ, ਵਿਜੀਲੈਂਸ ਨੇ ਬੇਸਿਕਲੀ ਦੋ ਬਹੁਤ ਵੱਡੇ, ਹਾਂ 1200 ਕਰੋੜ ਦਾ ਤੇ ਕਿੰਨੇ 100 ਕਰੋੜ ਦਾ, ਅੱਛਾ ਬੇਸਿਕਲੀ ਜਦੋਂ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਆ ਤੇ ਜੇ ਉਹਦੇ ਵਿੱਚ ਕੋਈ ਇਹੋ ਜਿਹੇ ਬੰਦੇ ਆ ਜਾਂਦੇ ਆ ਤਾਂ ਫਿਰ ਉਹ ਜਿਹੜੀ ਜਾਂਚ ਆ ਰੁਕ ਜਾਂਦੀ ਆ। ਤੇ ਸਾਨੂੰ, ਮੈਂ ਕਹਿੰਦਾ ਜੇ ਉਹ ਠੀਕ ਹੈਗੇ ਆ, ਸਾਫ਼ ਸੁਥਰੇ ਹੈਗੇ ਆ ਤਾਂ ਕਲੀਨ ਚਿੱਟ ਦੇ ਦਿਓ। ਲੇਕਿਨ ਅਸੀਂ ਲੋਕਾਂ 'ਚ ਕਹਿਣ ਜੋਗੇ ਤਾਂ ਬਣੀਏ ਨਾ ਵੀ ਹਾਂ ਵੀ ਆਹ ਗੱਲ ਇੱਦਾਂ ਨਹੀਂ ਇੱਦਾਂ ਹੈਗੀ ਆ। ਸਾਨੂੰ ਇੰਟਰਨਲ, ਮੰਨ ਲਓ ਪਾਵਰ ਪਰਚੇਜ਼ ਐਗਰੀਮੈਂਟ ਆ, ਸਾਨੂੰ ਇੰਟਰਨਲ ਆਡਿਟ ਕਰਾਉਣ ਤੋਂ ਕੌਣ ਰੋਕਦਾ? ਕਹਿੰਦੇ ਸੀ ਵਾਈਟ ਪੇਪਰ ਲੈ ਕੇ ਆਵਾਂਗੇ, ਮੈਨੂੰ ਲੱਗਦਾ ਵਾਈਟ ਪੇਪਰ ਦੀ ਤਾਂ ਮੁੜ ਕੇ ਗੱਲ ਹੀ ਨਹੀਂ ਹੋਈ। ਸੋ ਇਸ ਕਰਕੇ ਇਹਨਾਂ ਇਸ਼ੂਜ਼ 'ਤੇ ਸਾਨੂੰ ਖੜੇ ਹੋਣ ਦੀ ਜ਼ਰੂਰਤ ਹੈ। ਮੈਂ ਤਾਂ ਮਿਨਿਸਟਰਸ ਨੂੰ ਕਿਹਾ, ਮੈਂ ਤਾਂ ਈਵਨ ਕਿ MLAs ਨੂੰ ਰਿਕੁਐਸਟ ਕਰਦਾ ਕਿ ਅਲਟੀਮੇਟਲੀ 22 ਤਾਂ ਨੇੜੇ ਆਇਆ ਹੀ ਲਓ, ਕਿਉਂਕਿ ਜਿੱਥੇ ਤੁਸੀਂ ਖੜੇ ਆ
ਉੱਥੇ ਲੋਕਾਂ ਨੇ ਪੁੱਛਣਾ ਤਾਂ ਹੈਗਾ ਵੀ ਭਾਈ ਇਹਨਾਂ ਚੀਜ਼ਾਂ ਦਾ ਕੀ ਹੋਇਆ। ਓਪੋਜੀਸ਼ਨ ਤਾਂ ਕਹੂਗੀ ਪਰ ਤੁਹਾਨੂੰ ਲੋਕਾਂ ਨੂੰ ਜਵਾਬ ਤਾਂ ਦੇਣਾ ਪਊਗਾ, ਤੇ ਜਵਾਬ ਤੁਹਾਨੂੰ ਤਾਂ ਹੀ ਦਿੱਤਾ ਜਾ ਸਕੂਗਾ ਜੇ ਉਹਦੇ ਵਿੱਚ ਕਿਤੇ ਨਾ ਕਿਤੇ ਸੋਲੂਸ਼ਨ ਹੋਇਆ ਹੋਊਗਾ। ਲੱਗਦਾ ਕਿ 3 ਸਾਲ ਲਗਭਗ 2 ਮਹੀਨੇ ਦੀ ਤੁਹਾਡੀ ਸਰਕਾਰ ਹੋ ਚੁੱਕੀ ਆ, ਤੁਹਾਡੀ ਸਰਕਾਰ ਬੈਸਟ ਨਹੀਂ ਦੇ ਪਈ ਹੈਗੀ। ਨਹੀਂ, ਮੈਂ ਤਾਂ ਦੇਖੋ ਬੈਸਟ ਦਾ ਕੋਈ ਐਂਡ ਨਹੀਂ ਹੈ। ਬੈਸਟ ਹਮੇਸ਼ਾ ਮੈਨੂੰ ਇਦਾਂ ਲੱਗਦਾ ਇਨਸਾਨ ਜਦੋਂ ਦਾ ਵੀ ਇਹ ਸਿਵਲਾਈਜੇਸ਼ਨ ਹੋਈ ਆ ਉਹਦੇ ਵਿੱਚ ਹਮੇਸ਼ਾ ਬੈਸਟ ਹੋਣ ਦੀ ਕੋਸ਼ਿਸ਼ ਹੁੰਦੀ ਰਹੀ ਆ। ਉਹ ਕਈ ਜਗ੍ਹਾ ਤੇ ਹੋਈ ਵੀ ਆ, ਕਈਆਂ ਤੇ ਨਹੀਂ ਵੀ ਹੋਈ, ਕਈਆਂ ਤੇ ਡਿਫੀਟ ਵੀ ਹੋਈ ਆ, ਲੇਕਿਨ ਐਟ ਦਾ ਸੇਮ ਟਾਈਮ ਸਾਨੂੰ ਬੈਸਟ ਕਰਨ ਦੀ ਕੋਸ਼ਿਸ਼ ਤਾਂ ਕਰਨੀ ਚਾਹੀਦੀ ਆ ਕਿ ਸਾਨੂੰ ਦਿਖਣਾ ਤਾਂ ਚਾਹੀਦਾ ਵੀ ਅਸੀਂ ਬੈਸਟ ਕਰ ਰਹੇ ਹੈਗੇ ਆ। ਪਰ ਮਸਲਾ ਨਾ ਕਈ ਜਦੋਂ ਕਾਂਗਰਸੀ ਲੀਡਰ ਕਹਿੰਦੇ ਕਿ ਅਸੀਂ ਬੈਸਟ ਕੀਤਾ ਹੈਗਾ, ਅਸੀਂ 77 ਤੋਂ ਫਿਰ ਅਸੀਂ ਬਾਈ ਇਲੈਕਸ਼ਨ ਜਿੱਤੀ, 80 ਹੋ ਗਈਆਂ, ਫਿਰ ਅਸੀਂ ਲੋਕ ਸਭਾ ਜਿੱਤ ਲਈ ਹੈਗੀ, ਉਹ ਬੈਸਟ ਦਾ ਨਤੀਜਾ ਹੀ ਹੈਗਾ। ਨਹੀਂ ਇਲੈਕਸ਼ਨਾਂ ਮੈਂ ਤਾਂ ਇਹ ਗੱਲ ਕਹਿਣਾ ਵੀ ਜਿਹੜੀ 2017 ਵਾਲੀ ਇਲੈਕਸ਼ਨ ਹੈਗੀ ਆ ਉਹਦੇ ਵਿੱਚ ਮੈਜੋਰਿਟੀ ਰੋਲ ਜਿਹੜਾ ਕੈਪਟਨ ਅਮਰਿੰਦਰ ਸਿੰਘ ਦੇ ਫੇਸ ਦਾ ਹੈਗਾ, ਕਿਉਂਕਿ ਪਿਛਲੇ ਸਮੇਂ 'ਚ ਜੋ ਉਹਨੇ 1984 ਦੇ ਵਿੱਚ ਕੀਤਾ, 2005 ਦੇ ਵਿੱਚ ਕੀਤਾ, 2002 ਤੋਂ ਲੈ ਕੇ 2007 ਵਾਲੀ ਸਰਕਾਰ ਦੇ ਵਿੱਚ ਕੀਤਾ, ਕਲੈਰਿਟੀ ਐਡਮਿਨਿਸਟ੍ਰੇਟਿਵਲੀ, ਡਿਸੀਜਨ ਮੇਕਿੰਗ, ਕਿਉਂਕਿ ਦੋ ਚੀਜ਼ਾਂ ਬੇਸਿਕਲੀ, ਔਰ ਮੈਂਡੇਟ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਿਆ 2017 ਦੇ ਵਿੱਚ, ਲੇਕਿਨ ਜਿਹੜੀ ਉਹ ਪਰਫਾਰਮੈਂਸ ਸੀਗੀ ਉਹ ਲੋਕੀ ਭਾਲਦੇ ਤਾਂ ਉਹ ਹੈਗੇ ਆ, ਲੇਕਿਨ ਉਹ ਕਿਤੇ ਮਿਸਿੰਗ ਹੈਗੀ ਆ। ਲੱਗਦਾ ਕਿ ਉਹ ਜਿਹੜੀ ਪਰਫਾਰਮੈਂਸ ਲੋਕ ਭਾਲਦੇ ਨੇ ਉਹਦੇ 'ਚ ਕਾਂਗਰਸ ਲੀਡਰ ਵੀ ਭਾਲਦੇ, ਤੁਸੀਂ ਵੀ ਭਾਲਦੇ ਹੋਗੇ ਲਾਜ਼ਮੀ ਤੌਰ ਤੇ, ਕਿ ਉਸ ਪਰਫਾਰਮੈਂਸ ਦੇਣ ਵਾਸਤੇ ਮਜਬੂਰੀਆਂ ਵੀ ਬਹੁਤ ਜ਼ਿਆਦੀਆਂ ਹੋ ਗਈਆਂ ਨੇ। ਨਹੀਂ, ਮਜਬੂਰੀਆਂ ਤਾਂ ਹਮੇਸ਼ਾ ਹੁੰਦੀਆਂ ਹੀ ਆ, ਕਿਉਂਕਿ ਜਦੋਂ ਤੁਸੀਂ ਐਡਮਿਨਿਸਟ੍ਰੇਸ਼ਨ ਚਲਾਉਂਦੇ ਆ, ਜਦੋਂ ਤੁਸੀਂ ਸਿਸਟਮ ਨੂੰ ਰਨ ਕਰਦੇ ਆ, ਤੇ ਮਜਬੂਰੀਆਂ ਤਾਂ ਹੁੰਦੀਆਂ ਹੀ ਆ, ਤੇ ਮਜਬੂਰੀਆਂ ਨੂੰ ਓਵਰਕਮ ਕਰਨਾ ਹੀ ਇੱਕ ਐਡਮਿਨਿਸਟ੍ਰੇਟਿਵ ਕੁਆਲਿਟੀ ਹੁੰਦੀ ਆ ਕਿ ਹਾਂ ਵੀ ਇਹਦੇ ਵਿੱਚੋਂ ਨਿਕਲਣਾ ਕਿੱਦਾਂ ਹੈਗਾ। ਸੋ ਉਹਦੇ ਵਿੱਚੋਂ ਹੀ ਇਜ਼ ਦਾ ਮੋਸਟ ਐਕਸਪੀਰੀਅੰਸ ਪਰਸਨ, ਬਟ ਐਟ ਦਾ ਸੇਮ ਟਾਈਮ ਪਰਫਾਰਮੈਂਸ ਤਾਂ ਲੋਕੀ ਰਿਕੁਆਇਰਡ ਕਰਦੇ ਹੈਗੇ ਆ, ਕਿ ਮੰਗਦੇ ਹੈਗੇ ਆ ਲੋਕ ਵੀ ਹਾਂ ਵੀ ਪਰਫਾਰਮੈਂਸ ਹੋਣੀ ਚਾਹੀਦੀ ਹੈ। ਅੱਛਾ, ਹੁਣ ਰੌਲਾ ਪੈ ਗਿਆ ਐਕਸਾਈਜ਼ ਦਾ ਕਿ ਐਕਸਾਈਜ਼ ਪੰਜਾਬ ਦੀ ਪਾਲਿਸੀ ਤੇ ਚੰਗੀ ਆ, ਮੁਨਾਫਾ ਨਹੀਂ ਹੋ ਰਿਹਾ, ਹਰਿਆਣਾ ਅੱਗੇ ਨਿਕਲ ਗਿਆ, ਤਾਮਿਲਨਾਡੂ 'ਚ 31,000 ਕਰੋੜ ਹੋ ਗਿਆ, ਤੇਲੰਗਾਨਾ 2014 'ਚ ਬਣਿਆ ਗਿਆ ਸੀ, ਉਹ ਪਹਿਲੇ ਸਾਲ 9,000 ਕਰੋੜ 20,000 ਕਰੋੜ ਰੁਪਏ ਦੀ ਇਨਕਮ ਹੋ ਗਈ। ਪੰਜਾਬ ਅਸੀਂ 5,000 ਕਰੋੜ ਵੀ ਨਹੀਂ ਟੱਪ ਸਕੇ, ਤੇ ਲੋਕੀ ਕਹਿੰਦੇ ਨਵਜੋਤ ਸਿੰਘ ਸਿੱਧੂ ਦੀ ਅਗਰ ਮੰਨ ਲੈਂਦੇ ਪਾਲਿਸੀ ਚੰਗੀ ਬਣਾਉਂਦੇ ਤੇ ਪੰਜਾਬ 'ਚ 60,000 ਲੋਕਾਂ ਨੂੰ ਰੁਜ਼ਗਾਰ ਵੀ ਮਿਲ ਜਾਣਾ ਸੀ, ਤੇ ਇੱਥੇ ਵੀ 31,000 ਕਰੋੜ ਰੁਪਏ ਦੀ ਇਨਕਮ ਹੋ ਜਾਣੀ ਹੈ। ਜਦ ਨਵਜੋਤ ਸਿੰਘ ਸਿੱਧੂ ਜਾਂ ਪ੍ਰਗਟ ਸਿੰਘ ਸਲਾਹ ਦਿੰਦੇ ਸਰਕਾਰ ਨੂੰ, ਉਹ ਮੰਨੀਆਂ ਨਹੀਂ ਜਾਂਦੀਆਂ ਜੀ। ਨਹੀਂ ਦੇਖੋ, ਮੰਨਣਾ ਤਾਂ ਦੇਖੋ ਸਾਡੀ ਕੈਬਨਿਟ ਆ, ਸਾਡੇ ਸੀਨੀਅਰਸ ਹੈਗੇ ਆ, ਚੀਫ ਮਿਨਿਸਟਰ ਹੈ, ਮੇਰਾ ਖਿਆਲ ਹੈ ਵੀ ਜੇ ਚੰਗੀ ਸਲਾਹ ਆ ਤਾਂ ਭਾਵੇਂ ਉਹ ਕੋਈ ਵੀ ਬੰਦਾ ਹੋਵੇ ਜਿਹੜਾ ਪੰਜਾਬ ਦੀ ਬਿਹਤਰੀ ਲਈ ਗੱਲ ਕਰਦਾ ਹੈਗਾ ਤੇ ਮੰਨ ਲੈਣੀ ਚਾਹੀਦੀ ਆ। ਉਹਦੇ 'ਚ ਤਾਂ ਮੈਨੂੰ ਨਹੀਂ ਕੋਈ ਹਰਜ ਲੱਗਦਾ ਹੈਗਾ ਵੀ ਕੋਈ ਉਹਦੇ 'ਚ ਹਰਜ ਹੋ ਸਕਦਾ। ਸਾਡੀ ਇਨਕਮ ਵਧੇ, ਸਾਡਾ ਕਿਤੇ ਨਾ ਕਿਤੇ ਭਾਰ ਹੌਲਾ ਹੋਵੇ, ਤਾਂ ਅਸੀਂ ਲੋਕਾਂ ਨੂੰ ਵੱਧ ਜਿਹੜੀਆਂ ਕੋਈ ਨਾ ਕੋਈ ਸਹੂਲਤਾਂ ਦੇ ਸਕੀਏ, ਸਾਡਾ ਐਜੂਕੇਸ਼ਨ ਸਿਸਟਮ ਬੈਟਰ ਹੋ ਸਕੇ, ਸਾਡਾ ਹੈਲਥ ਸਿਸਟਮ ਬੈਟਰ ਹੋ ਸਕੇ, ਕਿਉਂਕਿ ਉਹਦੇ ਲਈ ਪੈਸੇ ਚਾਹੀਦੇ ਆ। ਪੈਸੇ ਬੇਸਿਕਲੀ ਤਾਂ ਕਿਉਂਕਿ ਸਾਡੀ ਜਿਹੜੀ ਰਿਸਪੌਂਸਿਬਿਲਿਟੀ ਹੈਗੀ ਆ, ਕਿਉਂਕਿ ਜਿੰਨੀ ਸੈਂਟਰਲਾਈਜੇਸ਼ਨ ਹੁਣ ਹੋ ਰਹੀ ਆ ਜੀ, ਕਿਉਂਕਿ ਮੇਰਾ ਖਿਆਲ ਹੈ ਵੀ ਇੰਨੀ ਸੈਂਟਰਲਾਈਜੇਸ਼ਨ ਕਦੀ ਹੋਈ ਨਹੀਂ ਹੈ, ਕਿਉਂਕਿ ਜੇ ਕਿਤੇ ਈਵਨ ਕਿ ਜ਼ੋਨ ਵੀ ਡਿਕਲੇਅਰ ਕਰਨੇ ਆ, ਉਹ ਵੀ ਗਵਰਨਮੈਂਟ ਆਫ ਇੰਡੀਆ ਕਹਿ ਰਹੀ ਆ ਵੀ ਅਸੀਂ ਜ਼ੋਨ ਡਿਕਲੇਅਰ ਕਰਨੇ ਆ, ਵੀ ਦਿੱਲੀ ਵਾਲਿਆਂ ਨੂੰ ਵੱਧ ਪਤਾ ਹੈਗਾ ਵੀ ਹਾਂ ਵੀ ਕਿਹੜੇ ਜ਼ਿਲ੍ਹੇ 'ਚ ਕੀ ਪ੍ਰੋਬਲਮ ਹੈ, ਕਿਹੜੇ ਜ਼ਿਲ੍ਹੇ 'ਚ ਕੀ ਪ੍ਰੋਬਲਮ ਹੈਗੀ ਆ, ਤੇ ਉੱਥੋਂ ਦੇ ਕੰਸਰਨ ਚੀਫ ਮਿਨਿਸਟਰ ਨੂੰ ਬੈਟਰ ਪਤਾ ਹੈਗਾ। ਸੋ ਇਸ ਕਰਕੇ ਲੌਜੀਕਲ ਗੱਲਾਂ, ਮੈਂ ਤਾਂ ਹਮੇਸ਼ਾ ਲੌਜੀਕਲ ਗੱਲਾਂ ਕਰਦਾ। ਸੋ ਲੌਜੀਕਲ ਗੱਲਾਂ ਤੇ ਡਿਸਕਸ਼ਨ ਦੇ ਉੱਤੇ ਜੇ ਚੰਗੀਆਂ ਚੀਜ਼ਾਂ ਨਿਕਲਦੀਆਂ ਹੈਗੀਆਂ ਤੇ ਉਹਦੀ ਇੰਪਲੀਮੈਂਟੇਸ਼ਨ ਕਰਨੀ ਚਾਹੀਦੀ, ਐਸ ਰੌਲੇ 'ਚ ਨਹੀਂ ਪੈਣਾ ਚਾਹੀਦਾ, ਮੈਨੂੰ ਤਾਂ ਲੱਗਦਾ ਹੁੰਦਾ। ਤੁਸੀਂ ਖੁਦ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਪਿੱਛੇ ਜੇ ਮਿਲ ਕੇ ਆਏ ਸੀ, ਉਹ ਜਿਹੜੀਆਂ ਸਲਾਹਾਂ ਤੁਸੀਂ ਦੇਖਿਆ, ਤੁਹਾਨੂੰ ਲੱਗਦਾ ਕਿ ਮੰਨੀਆਂ ਗਈਆਂ ਹੈਗੀਆਂ ਕਿ ਜਾਂ ਕੈਪਟਨ ਅਮਰਿੰਦਰ ਸਿੰਘ ਦੇ ਜਾਂ ਜੇ ਸਰਕਾਰ ਤੇ ਬਿਊਰੋਕ੍ਰੇਸੀ ਜ਼ਿਆਦਾ ਹੈਵੀ ਆ, ਜਿਹੜੇ ਸਾਥੀ ਜਾਂ ਜਿਹੜੇ ਕੈਬਨਿਟ ਕਲੀਗ ਨੇ ਜਾਂ ਜਿਹੜੇ ਪਾਰਟੀ ਦੇ ਵਿਧਾਇਕ ਨੇ ਉਹ ਜੋ ਸਲਾਹਾਂ ਦਿੰਦੇ ਨੇ ਉਹ ਪਿੱਛੇ ਪੈ ਜਾਂਦੀਆਂ ਹੈਗੀਆਂ ਜੀ? ਨਹੀਂ ਦੇਖੋ, ਹੋਣੀਆਂ ਚਾਹੀਦੀਆਂ। ਮੈਂ ਤਾਂ ਇਹ ਕਹਿੰਦਾ ਵੀ ਦੇਖੋ ਅਲਟੀਮੇਟਲੀ ਤੁਸੀਂ ਲੋਕਾਂ 'ਚ ਜਾਣਾ, ਤੇ ਅੱਜ ਦੀ ਤਰੀਕ 'ਚ ਤੁਸੀਂ ਇਸ ਫੇਸ ਜਾਂ ਇਸ ਤਰ੍ਹਾਂ ਸੋਚ ਨਾਲ ਤੁਸੀਂ ਲੋਕਾਂ ਦੇ ਵਿੱਚ ਜਾਣ ਦੇ ਸਮਰੱਥ ਨਹੀਂ ਹੈਗੇ, ਤੇ ਸਾਨੂੰ ਬੇਸਿਕਲੀ ਕਰਨਾ ਪਊਗਾ, ਕਿਉਂਕਿ ਜਿਸ ਲਾਈਨ ਤੇ ਸਾਡੇ ਲੈਜਿਸਲੇਟਰ ਖੜੇ ਹੈਗੇ ਆ, ਉਹ ਲਾਈਨ ਅੱਜ ਦੀ ਤਰੀਕ 'ਚ ਤਾਂ ਸਾਨੂੰ ਕਿਤੇ ਨਹੀਂ ਲਿਜਾ ਰਹੀ, ਠੀਕ ਹੈ ਨਾ, ਤੇ ਸਾਨੂੰ ਉਹਦੇ ਤੇ ਕੰਮ ਕਰਨਾ ਚਾਹੀਦਾ। ਕੰਮ ਕਰਕੇ ਪੰਜਾਬ ਦੀ ਬਿਹਤਰੀ ਵੀ ਕਰੋ, ਤੇ ਕਾਂਗਰਸ ਪਾਰਟੀ ਦੀ ਵੀ ਤੇ ਸਰਕਾਰ ਦੀ ਬਿਹਤਰੀ ਵੀ ਕਰੋ। ਇਹ ਨਿੱਜੀ ਤੌਰ ਤੇ ਮਹਿਸੂਸ ਕਰਦੇ ਸੀ ਅਗਰ ਐਕਸਾਈਜ਼ ਨੂੰ ਲੈ ਕੇ ਇੱਕ ਕਾਰਪੋਰੇਸ਼ਨ ਬਣ ਜਾਂਦੀ, ਸ਼ਰਾਬ ਨੂੰ ਲੈ ਕੇ ਵੀ,
ਤੇ ਰੇਤਾ ਨੂੰ ਲੈ ਕੇ ਵੀ ਕਿ ਪੰਜਾਬ ਦਾ ਬਹੁਤ ਜ਼ਿਆਦਾ ਭਲਾ ਹੋ ਜਾਣਾ ਸੀ ਜੀ। ਨਹੀਂ ਦੇਖੋ ਜੋ ਐਕਸਪੀਰੀਅੰਸ ਦੇਖੋ ਜਿੰਨਾ ਕੁ ਗੱਲ ਸਮਝ ਆਉਂਦੀ ਆ ਜਾਂ ਦੂਜੇ ਰਾਜਾਂ ਨੇ ਕੀਤਾ ਹੈਗਾ, ਮੈਂ ਹੀ ਉਹ ਡਾਕੂਮੈਂਟਸ ਮੰਗਾਏ ਸੀਗੇ। ਨਵਜੋਤ ਸਿੱਧੂ ਨੇ ਪਹਿਲੀ ਕੈਬਨਿਟ ਮੀਟਿੰਗ ਦੇ ਵਿੱਚ ਉਹ ਪੁੱਟ ਅਪ ਕੀਤੇ ਸੀਗੇ। ਉਦੋਂ ਕਹਿੰਦੇ ਸੀ ਵੀ ਸਮਾਂ ਥੋੜ੍ਹਾ ਆ, ਵੀ ਕਾਰਪੋਰੇਸ਼ਨ ਅਗਲੇ ਸਾਲ ਬਣਾਵਾਂਗੇ, ਪਰ ਅਗਲਾ ਸਾਲ ਵੀ ਲੰਘ ਗਿਆ, ਫਿਰ ਉਦੋਂ ਅਗਲਾ ਸਾਲ ਵੀ ਲੰਘ ਗਿਆ। ਸੋ ਹੁਣ ਆਹ ਜਿਹੜਾ ਰੌਲਾ ਜਿਹਾ ਪੈ ਗਿਆ। ਇਸ ਰੌਲੇ ਦੇ ਵਿੱਚ ਬੜੇ ਕਾਂਗਰਸ ਪਾਰਟੀ ਦੇ ਮੰਤਰੀਆਂ ਵਿਧਾਇਕਾਂ ਨੇ ਟਵੀਟ ਤੇ ਟਵੀਟ ਕੀਤੇ ਕਿ ਕੇਸ ਦਰਜ ਹੋਣਾ ਚਾਹੀਦਾ ਹੈਗਾ, ਸੀਬੀਆਈ ਦੀ ਜਾਂਚ ਹੋਣੀ ਚਾਹੀਦੀ ਹੈਗੀ ਆ, ਹਟਾ ਦੇਣਾ ਚਾਹੀਦਾ ਹੈਗਾ। ਪਰ ਲੱਗਦਾ ਕਹਿੰਦੇ ਕਿ ਹੁਣ ਕਾਂਗਰਸ ਦੇ ਐਮਐਲਏ ਤੇ ਜਿਹੜੇ ਮੰਤਰੀ ਰੌਲਾ ਪਾਉਂਦੇ ਹੁਣ ਉਸੇ ਤਨਖਾਹ ਤੇ ਕੰਮ ਕਰਨ ਵਾਸਤੇ ਰਾਜੀ ਹੋ ਗਏ। ਨਹੀਂ ਮੈਨੂੰ ਇਹਦੇ ਬਾਰੇ ਨਹੀਂ ਪਤਾ ਹੈਗਾ, ਮੈਂ ਤਾਂ ਆਪਣਾ ਵਿਊ ਪੁਆਇੰਟ ਰੱਖਦਾ। ਮੈਂ ਤਾਂ ਸਾਰਿਆਂ ਨੂੰ ਕਹਿੰਦਾ ਭਾਈ ਇਹ ਸਾਰਿਆਂ ਦੀ ਕੋਲੈਕਟਿਵ ਰਿਸਪੌਂਸਿਬਿਲਿਟੀ ਹੈਗੀ ਆ। ਅਲਟੀਮੇਟਲੀ ਇਟ ਇਜ਼ ਦਾ ਪਾਰਟੀ, ਇਟ ਇਜ਼ ਦਾ ਗਵਰਨਮੈਂਟ ਐਂਡ ਸਾਰੇ ਇਲੈਕਟਡ ਰਿਪਰੈਜ਼ੈਂਟੇਟਿਵ ਹੈਗੇ, ਉਹਨਾਂ ਨੂੰ ਇਹਦੇ ਸੋਚਣਾ ਚਾਹੀਦਾ ਵੀ ਅਸੀਂ ਆਉਣ ਵਾਲੇ ਸਮੇਂ ਲਈ ਕੀ ਕਰਨਾ ਆ। ਕਿਉਂਕਿ ਜਿਹੜੀ ਗੱਲ ਚੰਗੀ ਹੈਗੀ ਆ, ਕਿਉਂਕਿ ਮੈਂ ਤਾਂ ਸਪੋਰਟਸ ਦੀ ਬੈਕਗਰਾਊਂਡ ਤੋਂ ਆ, ਮੇਰੀ ਸਮੱਸਿਆ ਹੀ ਇਹ ਹੈਗੀ ਆ ਵੀ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿ ਲਈਏ। ਜਿੰਨੀ ਕੁ ਸਾਨੂੰ ਸਮਝ ਹੈਗੀ ਆ ਉਹਦੇ ਤੇ ਪਹਿਰਾ ਤਾਂ ਦੇ ਲਈਏ, ਉਹਦੇ ਤੇ ਗੱਲ ਕੋਈ ਕਰਕੇ ਦੇਖ ਲਈਏ। ਭਾਈ ਜੇ ਸਾਡੀ ਕੋਈ ਗੱਲ ਠੀਕ ਹੈਗੀ ਆ ਤਾਂ ਮੰਨ ਲਓ, ਜੇ ਕੋਈ ਚਾਰ ਸਿਆਣੇ ਹੋਰ ਬੰਦੇ ਗੱਲਾਂ ਕਰਦੇ ਤਾਂ ਆਪਾਂ ਉਹਦੀ ਮੰਨ ਲਈਏ। ਪੰਜਾਬ ਦੀ ਬਿਹਤਰੀ ਲਈ ਜਿਹੜਾ ਵੀ ਮੈਨੂੰ ਲੱਗਦਾ ABC ਕਿਸੇ ਵੀ ਫੀਲਡ ਦਾ ਹੋਵੇ, ਮੈਨੂੰ ਲੱਗਦਾ ਵੀ ਸਾਨੂੰ ਉਹਦੀ ਗੱਲ ਜਿਹੜੀ ਮੰਨ ਲੈਣੀ ਚਾਹੀਦੀ ਹੈ। ਪਰ ਇੱਕ ਖਿਡਾਰੀ ਦੀ ਜਿਹੜੀ ਸਪਿਰਿਟ ਆ ਉਹ ਵੱਖਰੀ ਹੁੰਦੀ ਹੈ, ਇੱਕ ਸਿਆਸੀ ਲੀਡਰ ਦੀ ਜਿਹੜੀ ਸਪਿਰਿਟ ਆ ਉਹਦੀਆਂ ਜਿਹੜੀਆਂ ਪੈਰਾਮੀਟਰ ਨੇ ਹੋਰ ਤਰ੍ਹਾਂ ਦੇ ਹੋ ਜਾਂਦੇ, ਬਹੁਤ ਜ਼ਿਆਦਾ ਮਜਬੂਰੀਆਂ ਹੋ ਜਾਂਦੀਆਂ। ਵਿਰੋਧੀ ਧਿਰ ਨੂੰ ਵੀ ਦੇਖਣਾ ਪੈਂਦਾ ਹੈਗਾ, ਆਪਣੇ ਆਪ ਨੂੰ ਵੀ ਦੇਖਣਾ ਪੈਂਦਾ, ਨਫਾ ਨੁਕਸਾਨ ਜ਼ਿਆਦਾ ਦੇਖਣਾ ਪੈਂਦਾ ਹੈਗਾ। ਉੱਥੇ ਤਾਂ ਡੂ ਔਰ ਡਾਈ ਦਾ ਮਸਲਾ ਹੋ ਜਾਂਦਾ ਨਾ ਜੀ ਖੇਡ ਦੇ ਵਿੱਚ। ਨਹੀਂ ਮੈਨੂੰ ਐਂ ਲੱਗਦਾ, ਦੇਖੋ ਜੇ ਠੀਕ ਗੱਲ ਹੈਗੀ ਆ, ਚਾਹੇ ਤੁਸੀਂ ਦੇਖੋ ਓਪੋਜੀਸ਼ਨ ਨੇ ਤਾਂ ਕਹਿਣਾ ਹੀ ਆ, ਓਪੋਜੀਸ਼ਨ ਦਾ ਬੇਸਿਕਲੀ ਰੋਲ ਵੀ ਇਹੀ ਆ ਵੀ ਉਹਨਾਂ ਨੇ ਗਵਰਨਮੈਂਟ ਦੀਆਂ ਵੀਕਨੈਸਸ ਜਿਹੜੀਆਂ, ਤੇ ਮੈਂ ਤਾਂ ਇਹ ਹੁੰਦਾ ਵੀ ਪਹਿਲਾਂ ਕਮਰੇ 'ਚ ਬਹਿ ਕੇ ਕਰ ਲਓ, ਪਹਿਲਾਂ ਕਿਤੇ ਚਿੱਠੀ ਪੱਤਰ ਨਾ ਕਰ ਲਓ, ਫਿਰ ਜੇ ਕੋਈ ਨਹੀਂ ਸੁਣਦਾ ਤਾਂ ਫਿਰ ਭਾਈ ਪਬਲਿਕਲੀ ਕਰ ਲਓ ਵੀ ਆਹ ਹੈਗੀ ਸਮੱਸਿਆ ਤੇ ਇਹਦੇ ਤੇ ਸਾਨੂੰ ਪਹਿਰਾ ਦੇਣ ਦੀ ਜ਼ਰੂਰਤ ਹੈ। ਮੈਂ ਤਾਂ ਅੱਜ ਵੀ ਉੱਥੇ ਹੀ ਖੜਾ, ਅੱਜ ਵੀ ਮੈਂ ਮਿਨਿਸਟਰਸ ਨੂੰ ਵੀ MLAs ਨੂੰ ਵੀ ਇਹੀ ਰਿਕੁਐਸਟ ਹੈਗੀ ਆ ਵੀ ਆਪਾਂ ਲੌਜੀਕਲ ਗੱਲ ਕਰ ਲਈਏ। ਕੈਪਟਨ ਅਮਰਿੰਦਰ ਡਿਸੀਜ਼ਨ ਪੋਲੀਟੀਕਲ ਹੈ ਕਿ ਐਡਮਿਨਿਸਟ੍ਰੇਟਿਵ ਹੈ, ਔਰ ਨਾਰਮਲੀ ਕਲੈਕਟਿਵ ਡਿਸੀਜ਼ਨ ਹੁੰਦਾ, ਲੇਕਿਨ ਓਵਰਰਾਈਡਿੰਗ ਪਾਵਰ ਜਿਹੜੀ ਹੈਗੀ ਆ ਉਹ ਹਮੇਸ਼ਾ ਇਲੈਕਟਿਡ ਰਿਪਰੈਜ਼ੈਂਟੇਟਿਵ ਦੇ ਕੋਲ ਰਹੀ ਹੈਗੀ ਆ ਔਰ ਹੈਗੀ ਆ। ਸੋ ਇਹ ਤਾਂ ਤੁਸੀਂ ਐਕਟ ਕਰਨਾ ਵੀ ਹਾਂ ਵੀ ਤੁਸੀਂ ਕੀ ਸੋਚਦੇ ਹੋ, ਕਿੱਦਾਂ ਐਕਟ ਕਰਦੇ ਹੋ। ਡਿਸਕਸ਼ਨ ਦੇ ਵਿੱਚੋਂ ਚੰਗੀਆਂ ਚੀਜ਼ਾਂ ਨਿਕਲਦੀਆਂ ਹੈਗੀਆਂ। ਜੇ ਕਾਰਪੋਰੇਸ਼ਨ ਬਣਾ ਕੇ ਸਾਨੂੰ 5000 ਦੀ ਜਗ੍ਹਾ 10-12 ਹਜ਼ਾਰ ਕਰੋੜ ਰੁਪਈਆ ਮਿਲਦਾ ਤੇ ਫਿਰ ਮੈਨੂੰ ਹਰਜ ਨਹੀਂ ਲੱਗਦਾ, ਕਦੀ ਵੀ ਹਰਜ ਨਹੀਂ ਲੱਗਿਆ। ਤਾਂ ਲੱਗਦਾ ਕਿ ਇਸ ਮੌਕੇ ਪਾਰਟੀ ਨੂੰ ਇੱਕ CLP ਲੀਡਰ ਜਿਹੜੀ CLP ਦੀ ਮੀਟਿੰਗ ਬੁਲਾ ਲੈਣੀ ਚਾਹੀਦੀ, ਜਿਹੜਾ ਵੀ ਇੱਕ ਦੂਜੇ ਦੇ ਨਾਲ ਮਤਭੇਦ ਜਾਂ ਮਨਭੇਦ ਦੂਰ ਹੋ ਜਾਂਦੇ ਜੀ। ਨਹੀਂ ਮੈਨੂੰ ਲੱਗਦਾ ਬੁਲਾ ਲੈਣੀ ਚਾਹੀਦੀ ਹੈ, ਉੱਥੇ ਡਿਸਕਸ਼ਨ ਹੋ ਜਾਣੀ ਚਾਹੀਦੀ। ਡਿਸਕਸ਼ਨ ਤੋਂ ਬਾਅਦ ਇੰਪਲੀਮੈਂਟੇਸ਼ਨ ਹੋਣੀ ਚਾਹੀਦੀ ਹੈ। ਇਟ ਇਜ਼ ਟੂ ਲੇਟ, ਕਿਉਂਕਿ ਜਿਹੜੀਆਂ ਚੀਜ਼ਾਂ ਹੁਣ ਤੱਕ ਨਹੀਂ ਹੋਈਆਂ, ਜਦੋਂ ਨਹੀਂ ਹੁੰਦੀਆਂ ਨਾ ਫਿਰ ਕਿੰਤੂ ਪਰੰਤੂ ਹੋਣ ਲੱਗ ਪੈਂਦਾ, ਤੁਹਾਡੇ ਤੇ ਡਾਊਟਸ ਹੋਣ ਲੱਗ ਪੈਂਦੇ ਆ। ਤਾਂ ਉਹ ਕਿੰਤੂ ਪਰੰਤੂ ਜਿਹੜਾ ਉਹਨੂੰ ਜਲਦੀ ਜਿਹੜਾ ਦੂਰ ਕਰਨ ਦੀ ਜ਼ਰੂਰਤ ਹੈਗੀ ਆ। ਲੱਗਦਾ ਕਿ ਜਦੋਂ ਪ੍ਰਗਟ ਸਿੰਘ ਬੋਲਦੇ ਹੈਗੇ ਨੇ ਉਦੋਂ ਵੀ ਸਰਕਾਰ ਜਾਂ ਖਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕੀਤੀ ਜਾਵੇ ਤਾਂ ਸਮਝ ਜਾਂਦੇ ਕਿ ਹਾਂ ਕਾਂਗਰਸ ਪਾਰਟੀ ਦੇ ਵਿੱਚ ਹਿਲਜੁਲ ਹੋ ਰਹੀ ਹੈ। ਨਹੀਂ ਇੱਦਾਂ ਦੀ ਗੱਲ ਨਹੀਂ ਹੈ। ਦੇਖੋ ਸਾਰੇ ਲੈਜਿਸਲੇਟਰ ਇੱਕੋ ਜਿਹੇ ਹੈਗੇ ਆ, ਆਪਣੀ ਆਪਣੀ ਜਗ੍ਹਾ ਤੋਂ ਇਲੈਕਟ ਹੋ ਕੇ ਆਏ ਹੈਗੇ ਆ। ਅੱਛਾ ਮੇਰੇ ਵਰਗੇ ਥੋੜ੍ਹੇ ਜਿਹੇ ਉਹ ਕਹਿਣ ਦੀ, ਕਿਉਂਕਿ ਦੇਖੋ ਅਲਟੀਮੇਟਲੀ ਤਾਂ ਕਹਿਣਾ ਪਊਗਾ, ਸਮਬਡੀ ਹੈਜ਼ ਟੂ, ਕਿਉਂਕਿ ਇਹਦੇ ਵਿੱਚ ਗੋਲ ਮੋਲ ਗੱਲਾਂ ਮੇਰੇ ਕੋਲ ਬਹੁਤੀਆਂ ਹੁੰਦੀਆਂ ਨਹੀਂ ਹੈ ਵੀ ਉਹ ਤੁਸੀਂ ਵੀ ਬੜੇ ਚੰਗੇ ਜੀ, ਅਸੀਂ ਵੀ ਬੜੇ ਚੰਗੇ। ਜੇ ਤੁਸੀਂ ਵੀ ਬੜੇ ਚੰਗੇ, ਅਸੀਂ ਵੀ ਬੜੇ ਚੰਗੇ, ਫਿਰ ਇਹ ਸਮੱਸਿਆ ਕਿੱਥੇ ਹੈਗੀ ਹੈ। ਕਿਤੇ ਜੇ ਤੁਸੀਂ ਸਕੂਪ ਕਰਦੇ ਜਾਂ ਜਦੋਂ ਤੁਸੀਂ ਗੋਲ ਕਰਦੇ ਹੈਗੇ ਨਾ, ਫਿਰ ਉਹ ਜਿਹੜਾ ਗੋਲ ਆ ਬਹੁਤ ਚਿਰ ਤੜਫਾਉਂਦਾ ਰਹਿੰਦਾ ਕਈਆਂ ਨੂੰ ਜੀ। ਨਹੀਂ ਚਲੋ ਉਹ ਤਾਂ ਸੋਚਣ ਦੀ ਗੱਲ ਹੈਗੀ ਆ, ਮੇਰਾ ਇੱਦਣ ਦਾ ਨਜ਼ਰੀਆ ਹੀ ਨਹੀਂ ਹੁੰਦਾ। ਮੈਂ ਤਾਂ ਇਹ ਕਹਿੰਦਾ ਹੁੰਦਾ ਵੀ ਯਾਰ ਜਿਹੜੀ ਚੀਜ਼ ਹੈਗੀ ਆ, ਮੰਨ ਲਓ ਸਾਡੇ ਮਿਨਿਸਟਰਸ ਹੈਗੇ ਆ, ਉਹਨਾਂ ਨੂੰ ਮੀਟਿੰਗ ਦੇ ਵਿੱਚ ਇਹ ਚੀਜ਼ਾਂ ਡਿਸਕਸ ਕਰਨੀਆਂ ਚਾਹੀਦੀਆਂ ਤੇ ਉਹਦਾ ਬੈਸਟ ਜਿਹੜਾ ਮੰਨ ਲਓ ਸਾਡੇ ਕੋਲ ਸੋਰਸ ਕੀ ਆ, ਸਾਡੇ ਕੋਲ ਸੋਰਸ ਤਾਂ ਇਹੀ ਆ ਨਾ, ਐਕਸਾਈਜ਼ ਹੈ ਤੇ ਮਾਈਨਿੰਗ ਹੈ, ਤੇ ਉਹਦੇ ਵਿੱਚੋਂ ਜੋ ਬੈਸਟ ਪੋਸੀਬਲ ਹੈਗਾ ਉਹ ਸਾਨੂੰ ਕੱਢ ਕੇ, ਕਿਉਂਕਿ 2.5 ਲੱਖ ਕਰੋੜ ਦਾ ਪੰਜਾਬ ਤੇ ਆਲਰੇਡੀ ਕਰਜ਼ਾ ਹੈਗਾ। ਜੇ ਅਸੀਂ ਇਹਨੂੰ ਆਉਣ ਵਾਲੇ ਸਮੇਂ ਲਈ ਵਿਜ਼ੂਲਾਈਜ਼ ਨਹੀਂ ਕਰਾਂਗੇ, ਹੌਲੀ ਹੌਲੀ ਕਰਜ਼ਾ ਵਧੀ ਜਾਊਗਾ ਤੇ ਜਿਸ ਘਰ ਦੇ ਉੱਤੇ ਕਰਜ਼ਾ ਚੜ੍ਹ ਜਾਂਦਾ ਨਾ, ਉਹਦੀ ਹਰ ਤਰ੍ਹਾਂ ਦੀ ਜਿਹੜੀ ਆ ਕਮਜ਼ੋਰੀ ਆਉਣ ਲੱਗ ਪੈਂਦੀ ਆ। ਤੇ ਸਾਡੇ ਪੰਜਾਬ ਦੀ ਕਮਜ਼ੋਰੀ, ਕਿਉਂਕਿ ਸਭ ਤੋਂ ਮਾੜਾ ਜਿਹੜਾ ਉਹ ਕਰਜ਼ਾ ਹੁੰਦਾ, ਔਰ ਉਹ ਕਰਜ਼ਾ ਜਿਹੜਾ ਹੌਲੀ ਹੌਲੀ ਚੜ੍ਹ ਰਿਹਾ, ਸਾਡੀ ਇਨਕਮ ਘਟ ਰਹੀ ਆ, ਉਹਦੇ ਨਾਲ ਕੀ ਹੋਊਗਾ, ਸਾਡਾ ਐਜੂਕੇਸ਼ਨ ਸਿਸਟਮ ਆਉਣ ਵਾਲੇ ਸਮੇਂ 'ਚ ਹੋਰ ਕਮਜ਼ੋਰ ਹੋਊਗਾ, ਹੈਲਥ ਸਿਸਟਮ ਹੋਰ ਕਮਜ਼ੋਰ ਹੋਊਗਾ। ਇਹ ਜਿਹੜੇ ਆਲੇ ਦੁਆਲੇ ਜਿਹੜੇ ਤੁਰੇ ਫਿਰਦੇ ਆ, ਜਿਹੜੀਆਂ ਸ਼ਾਰਕਾਂ,
ਇਹ ਹੋਰ ਗਵਰਨਮੈਂਟ ਦੇ ਵਿੱਚੋਂ ਜਿੰਨਾ ਕੁ ਪੈਸਾ ਸਕੁਈਜ਼ ਕਰ ਸਕਣਗੇ, ਚੂਸ ਲੈਣਗੇ ਤੇ ਚੂਸਣਗੇ, ਤੇ ਉਹਦੇ ਨਾਲ ਸਾਡਾ ਪੰਜਾਬ ਦਾ, ਕਿਉਂਕਿ 3 ਕਰੋੜ ਲੋਕਾਂ ਨੇ ਸਾਨੂੰ ਮੈਂਡੇਟ ਦਿੱਤਾ, 3 ਕਰੋੜ ਲੋਕਾਂ ਨੇ ਸਾਨੂੰ ਕਸਟੋਡੀਅਨ ਬਣਾਇਆ, ਤੇ ਸਾਨੂੰ ਉਹਦੇ ਲਈ ਤਾਂ ਖੜੇ ਹੋਣਾ ਪਊਗਾ, ਪੰਜਾਬ ਲਈ ਤਾਂ ਖੜੇ ਹੋਣਾ ਪਊਗਾ। ਕਿਉਂਕਿ ਜੇ ਤਾਂ ਮੈਂ ਤਾਂ ਲੋਕਾਂ ਨਾਲ ਖੜਦਾ। ਇਹ ਮੈਨੂੰ ਭਾਵੇਂ ਜਿਹੜਾ ਮਰਜ਼ੀ ਕੋਈ ਕਹੀ ਜਾਵੇ ਵੀ ਹਾਂ ਵੀ ਇਹ ਜੀ ਰਿਬੈਲ ਹੈ ਜੀ, ਇਹ ਇੱਦਾਂ ਹੀ ਕਰਦਾ, ਇੱਦਾਂ ਨਹੀਂ ਕਰਦਾ, ਮੈਂ ਤਾਂ ਕਦੀ ਵੀ ਨਹੀਂ ਕਰਦਾ। ਮੈਂ ਤਾਂ ਕਹਿੰਦਾ ਯਾਰ ਗੱਲ ਸੁਣ ਲਓ, ਗੱਲ ਸੁਣ ਕੇ ਜੇ ਠੀਕ ਆ ਫਿਰ ਤਾਂ ਆਪਾਂ ਗੱਲ ਕਰ ਲਈਏ। ਲੱਗਦਾ ਹੈ ਕਿ ਡੈਡੀਕੇਸ਼ਨ ਦੀ ਘਾਟ ਹੈ ਜਾਂ ਗੁੱਡ ਗਵਰਨੈਂਸ ਉੱਥੇ ਕੋਈ ਨਾ ਕੋਈ ਕਮੀ ਹੈ? ਕਮੀ ਕਿੱਥੇ ਰਹਿ ਰਹੀ ਹੈਗੀ ਜੀ? ਨਹੀਂ, ਕਮੀ ਤਾਂ ਐਗਜ਼ੀਕਿਊਸ਼ਨ ਦੀ ਕਮੀ ਹੈਗੀ ਆ, ਕਿਉਂਕਿ ਗੱਲ ਵੀ ਸੁਣੀ ਜਾਂਦੀ ਆ, ਸਾਰਾ ਕੁਝ ਹੋ ਜਾਂਦਾ ਹੈਗਾ, ਬਟ ਉਹਦੇ ਤੋਂ ਬਾਅਦ ਜਦੋਂ, ਕਿਉਂਕਿ ਕਈ ਵਾਰੀ ਇੰਡੀਵਿਜੂਅਲ ਮਿਨਿਸਟਰਸ ਨਾਲ ਵੀ ਗੱਲ ਹੁੰਦੀ ਆ ਕੈਬਨਿਟ ਦੀਆਂ ਮੀਟਿੰਗਾਂ ਤੋਂ ਬਾਅਦ, ਲੇਕਿਨ ਉਹਦੇ ਰਿਜ਼ਲਟ ਜਿਹੜੇ ਆ ਉਹ ਬਹੁਤੇ ਚੰਗੇ ਨਹੀਂ ਹੈ। ਕਿਉਂਕਿ ਜਿਹੜੀਆਂ ਕੁਝ ਚੀਜ਼ਾਂ, ਮੰਨ ਲਓ PPA ਆ, ਪਾਵਰ ਪਰਚੇਜ਼ ਐਗਰੀਮੈਂਟ ਆ, ਜਿਹੜਾ 31,000 ਕਰੋੜ ਰੁਪਈਏ ਦਾ ਫੂਡ ਸਕੈਮ ਵਾਲੀ ਗੱਲ ਸੀਗੀ, ਇਹ ਸਾਰੀਆਂ ਚੀਜ਼ਾਂ ਮੈਂ ਕਹਿੰਦਾ ਜੇ ਨਹੀਂ ਹੈਗੀਆਂ ਤਾਂ ਇਹਨੂੰ ਬੇਸਿਕਲੀ ਇੰਟਰਨਲ ਆਡਿਟਿੰਗ ਕਰਾ ਕੇ, ਉਹ ਸਾਨੂੰ ਕੌਣ ਰੋਕਦਾ ਹੈ? ਉਹ ਤਾਂ ਸਾਨੂੰ ਕੋਈ ਨਹੀਂ ਰੋਕਦਾ। ਪਰ ਹੁਣ ਲੱਗਦਾ ਨਹੀਂ 3 ਸਾਲ ਤੁਹਾਡੀ ਸਰਕਾਰ ਨੂੰ ਹੋ ਗਏ, ਚਾਹੇ ਬਰਗਾੜੀ ਵਾਲਾ ਮਸਲਾ ਹੋਵੇ, ਚਾਹੇ ਪਾਵਰ ਐਗਰੀਮੈਂਟ ਵਾਲਾ ਮਸਲਾ ਹੋਵੇ, ਇਹ ਚੁਣਾਵੀ ਮੁੱਦੇ ਹੀ ਕਾਂਗਰਸ ਪਾਰਟੀ ਨੂੰ ਵਧੀਆ ਲੱਗਦੇ ਸੀ, ਸਰਕਾਰ 'ਚ ਆ ਗਏ ਨੇ, ਫਿਰ ਇਸ ਤੇ ਕੋਈ ਉਹੀ ਜਿਸ ਤਰ੍ਹਾਂ ਕੋਈ ਐਗਜ਼ੀਕਿਊਸ਼ਨ ਦੀ ਲੋੜ ਪਈ ਨਹੀਂ। ਲੱਗਦਾ ਹੁੰਦਾ ਕਿ ਸਾਡੀ ਪੰਜਾਬੀਆਂ ਦੀ ਫਿਤਰਤ ਹੈ ਵੀ ਜੇ ਇਸ ਗੱਲ ਤੇ ਲੜਨਾ, ਉਹੀ ਮੁੜ ਕੇ ਆਪ ਕਰਨ ਲੱਗ ਜਾਣਾ। ਕਿਉਂਕਿ ਇਹ ਫਿਤਰਤ ਸਾਨੂੰ ਛੱਡਣੀ ਪਊਗੀ, ਨਾਲੇ ਸਾਨੂੰ ਸੋਚ ਬਦਲਣੀ ਚਾਹੀਦੀ ਆ। ਸੋਚ, ਮੈਨੂੰ ਐ ਲੱਗਦਾ ਹੁੰਦਾ ਕਿ ਹਰ ਚੀਜ਼ ਸੈਂਟਰਲਾਈਜ਼ ਕਰਨ ਨਾਲ ਇਸ਼ੂ ਸੋਲਵ ਨਹੀਂ ਹੁੰਦੇ। ਹਰ ਮਿਨਿਸਟਰ ਨੂੰ ਇੰਡੀਵਿਜੂਅਲੀ ਜਿਹੜਾ ਆ ਉਹ ਪਰਫਾਰਮ ਕਰਨਾ ਚਾਹੀਦਾ, ਹਰ ਇਸ਼ੂ ਨੂੰ ਜਿਹੜਾ ਆ ਬਿਲਕੁਲ ਡਿਸਕਸ਼ਨ ਕਰਨੀ ਚਾਹੀਦੀ, ਜੇ ਐਕਸਪਰਟ ਓਪੀਨੀਅਨ ਲੈਣੀ ਚਾਹੀਦੀ, ਕਿਸੇ ਤਰ੍ਹਾਂ ਦੀ ਵੀ ਐਕਸਪਰਟ ਓਪੀਨੀਅਨ, ਗਵਰਨਮੈਂਟ ਇਜ਼ ਕੈਪੇਬਲ ਟੂ ਡੂ ਦੈਟ। ਪੰਜਾਬ ਦੇ ਭਾਈ ਬਹੁਤ ਜ਼ਿਆਦਾ ਬੁੱਧੀਜੀਵੀ ਵਰਗਾ ਕਹਿੰਦੇ ਕਿ ਬਦਕਿਸਮਤੀ ਦੇ ਨਾਲ 30-35 ਸਾਲ ਤੋਂ ਪੰਜਾਬ ਨੂੰ ਇੱਕ ਸੁਚੱਜੀ ਜਿਹੜੀ ਪ੍ਰਸ਼ਾਸਨ ਦੇਣ ਵਾਲੇ ਜਿਹੜੇ ਲੋਕ ਆ ਜਾਂ ਲੀਡਰ ਕ੍ਰਾਈਸਿਸ ਆ, ਉਹਦੇ ਕਰਕੇ ਪੰਜਾਬ ਬਹੁਤ ਡਾਊਨ ਚੱਲ ਗਿਆ ਹੈਗਾ। ਦੇਖੋ, ਮੈਨੂੰ ਤਾਂ ਐਂ ਲੱਗਦਾ ਹੁੰਦਾ ਇੱਕ ਟੀਮ ਹੁੰਦੀ ਆ ਜਿਹੜੀ ਕੰਮ ਕਰਦੀ ਆ। ਮੈਂ ਤਾਂ ਹਮੇਸ਼ਾ ਟੀਮ ਦਾ ਖਿਡਾਰੀ ਰਿਹਾ। ਇਹਦੇ ਵਿੱਚ ਜਿਹੜਾ ਸਾਡੇ ਇਹ ਵੀ ਹੋ ਗਿਆ ਨਾ ਵੀ ਇੱਕ ਬੰਦੇ ਨੂੰ ਸਾਰੀ ਪਾਵਰ ਜਿਹੜੀ ਆ ਉਹ ਸੈਂਟਰਲਾਈਜ਼ ਕਰਕੇ ਦੇ ਦੇਣੀ। ਐਕਚੁਅਲੀ ਜਦੋਂ ਤੁਸੀਂ ਐਜ਼ ਏ ਟੀਮ ਕੰਮ ਕਰਦੇ ਆ, ਹਰ ਬੰਦਾ ਜਿਹੜਾ ਆ ਉਹ ਖੇਡਣਾ ਚਾਹੀਦਾ, ਹਰ ਬੰਦਾ ਪਰਫਾਰਮ ਕਰਨਾ ਚਾਹੀਦਾ, ਤੇ ਫਿਰ ਤੁਹਾਨੂੰ ਪਤਾ ਲੱਗਦਾ ਹੈਗਾ ਵੀ ਹਾਂ ਵੀ ਇਹਦੇ ਵਿੱਚ ਪਰਫਾਰਮੈਂਸ ਨਿਕਲ ਸਕਦੀ ਹੈ। ਔਰ ਸਾਨੂੰ ਕਦੀ ਵੀ ਇਦਾਂ ਦੀ ਈਗੋ ਨਹੀਂ ਰੱਖਣੀ ਚਾਹੀਦੀ। ਮੰਨ ਲਓ ਸਪੋਜ਼ ਮੈਂ ਤਾਂ ਜੇ ਸਪੋਰਟਸਮੈਨ ਵੀ ਹੈਗਾ, ਮੈਂ ਜੇ ਸਪੋਰਟਸ ਫੀਲਡ ਦੇ ਵਿੱਚ ਵੀ ਅੱਜ ਦੇ ਨਵੇਂ ਵੀ ਮੁੰਡੇ ਹੈਗੇ ਆ, ਸਾਡੇ ਤੋਂ ਪੁਰਾਣੇ ਵੀ ਹੈਗੇ ਆ, ਹਰ ਤਰ੍ਹਾਂ ਦੀ ਸਲਾਹ ਲੈ ਕੇ ਉਹਦੇ 'ਚੋਂ ਬੈਸਟ ਕੰਬੀਨੇਸ਼ਨ ਲਿਆਓ। ਕੌਣ ਰੋਕਦਾ ਸਾਨੂੰ? ਪਰ ਉਹ ਤਾਂ ਇਹ ਹੈ ਨਾ ਕਿ ਕਿਉਂਕਿ ਜਿਹੜੀ ਸਿਆਸਤ ਉਹ ਪਰਸਨੈਲਿਟੀ ਬੇਸ ਹੋ ਗਈ ਹੈ। ਜੇ ਪੰਜਾਬ ਦੇ ਵਿੱਚ ਕੈਪਟਨ ਹੈ, ਸੈਂਟਰ ਦੇ 'ਚ ਮੋਦੀ ਆ, ਤੇ ਫਿਰ ਉਹੀ ਕੈਪਟਨ ਨੇ ਤੇ ਉਹੀ 11 ਦੇ 11 ਖਿਡਾਰੀ ਨੇ। ਦੇਖੋ, ਜਿਹੜੀ ਪ੍ਰੋਬਲਮ ਆਈ ਹੈਗੀ ਆ, ਇੰਟਰਨਲ ਡਿਸਕਸ਼ਨ ਖਤਮ ਹੋ ਗਈ, ਇੰਟਰਨਲ ਪਾਰਟੀਆਂ ਦੀ ਇੰਟਰਨਲ ਡੈਮੋਕ੍ਰੇਸੀ ਖਤਮ ਹੋ ਗਈ। ਉਹਦੇ ਕਰਕੇ ਸਮੱਸਿਆ ਹੈਗੀ ਆ ਵੀ ਤਾਂ ਕਿ ਯਾਰ ਚੰਗੇ ਬੰਦੇ ਜਿਹੜੇ ਆ ਤੁਸੀਂ ਲਿਆਓ। ਦੇਖੋ, ਅੱਜ ਕੱਲ੍ਹ ਪ੍ਰੋਫੈਸ਼ਨਲਿਜ਼ਮ ਦਾ ਜ਼ਮਾਨਾ, ਪ੍ਰੋਫੈਸ਼ਨਲਿਜ਼ਮ ਦੇ ਜ਼ਮਾਨੇ ਦੇ ਵਿੱਚ ਤੁਸੀਂ ਬਿਲਕੁਲ ਜਿਹੜੇ ਰॉ ਬੰਦੇ ਨੂੰ ਜੇ ਤੁਸੀਂ ਕੋਈ ਵੀ ਮਹਿਕਮਾ ਦੇ ਦਿਓ, ਮੰਨ ਲਓ ਬਿਜਲੀ ਬੋਰਡ ਹੀ ਆ, ਮੇਰੇ ਵਰਗੇ ਨੂੰ ਦੇ ਦਿਓ, ਮੈਨੂੰ ਤਾਂ ABC ਵੀ ਨਹੀਂ ਆਉਂਦੀ, ਮੈਂ ਪੁੱਠੀਆਂ ਤਾਰਾਂ ਜੋੜ ਕੇ ਕਿਤੇ ਨਾ ਕਿਤੇ ਟਰਾਂਸਫਾਰਮਰ ਛਾੜ ਦੂੰਗਾ, ਠੀਕ ਹੈ ਨਾ। ਲੇਕਿਨ ਜੇ ਉਸ ਫੀਲਡ ਦਾ ਐਕਸਪਰਟ ਹੋਵੇ, ਦੇਖੋ ਬਿਊਰੋਕਰੇਟ ਕਿਉਂ ਹੈਵੀ ਹੁੰਦਾ? ਬਿਊਰੋਕਰੇਟ ਕਿਉਂ ਹੈਵੀ ਹੁੰਦਾ? ਜਦੋਂ ਪੋਲੀਟੀਸ਼ੀਅਨ ਨੂੰ ਆਪਣਾ ਦਿੱਤਾ ਹੋਇਆ ਕੰਮ ਜਦੋਂ ਉਹਦੇ ਤੇ ਉਹ ਹੈਵੀ ਹੋ ਜਾਂਦਾ ਹੈਗਾ, ਤੇ ਇਸ ਕਰਕੇ ਬਿਊਰੋਕਰੇਟ ਹੈਵੀ ਹੋ ਜਾਂਦਾ। ਉਹਦਾ ਕੀ ਕਸੂਰ ਹੈ? ਦੋ ਬੰਦੇ ਆ, ਦੋ ਬੰਦਿਆਂ ਦੀ ਰਿਸਪੌਂਸਿਬਿਲਟੀ ਹੈ, ਇੱਕ ਮਿਨਿਸਟਰ ਹੈ, ਇੱਕ ਸੈਕਟਰੀ ਹੈ। ਜੇ ਸੈਕਟਰੀ ਇੰਟੈਲੀਜੈਂਟ ਹੋਊਗਾ ਤਾਂ ਸੈਕਟਰੀ ਕਰਵਾ ਲੂਗਾ, ਜੇ ਮਿਨਿਸਟਰ ਇੰਟੈਲੀਜੈਂਟ ਹੋਊਗਾ ਤਾਂ ਮਿਨਿਸਟਰ ਕਰਵਾ ਲੂਗਾ। ਸਾਡੀ ਤੇ ਜਿਹੜੀ ਤੁਸੀਂ ਐਗਜ਼ਾਮਪਲ ਦਿੱਤੀ, ਸਾਡੀ ਤੇ ਜਿਹੜੀ ਡੈਮੋਕ੍ਰੇਸੀ ਇੰਨੀ ਸਿਆਣੀ ਵੀ ਨਹੀਂ ਲੱਗਦੀ ਕਿ ਜਿਹੜੇ ਬਾਹਰਲੀ ਕੰਟਰੀਆਂ ਦੇ ਪੈਟਰਨ ਤੇ ਉਹ ਜਿਹੜੇ ਉੱਥੇ ਐਗਨੋਟ੍ਰਿਕਸ ਉਹਨਾਂ ਨੂੰ ਦੇਖੋ ਹੌਲੀ ਸਰਕਾਰ 'ਚ ਸ਼ਾਮਲ ਕੀਤਾ ਨਹੀਂ, ਜਾਵੇ। ਪਰ ਹੌਲੀ ਹੌਲੀ ਸਾਨੂੰ ਵਧਣਾ ਤਾਂ ਪਊਗਾ ਅੱਗੇ। ਸਾਨੂੰ ਐਡਵਾਈਜ਼ਰ ਜਿਹੜੇ ਆ, ਬੇਸਿਕਲੀ ਐਡਵਾਈਜ਼ਰ ਜੇ ਕਿਸੇ ਮਿਨਿਸਟਰੀਜ਼ ਦੇ ਐਡਵਾਈਜ਼ਰ ਹੋਣ ਤੇ ਭਾਵੇਂ ਉਹ ਟੈਕਨੋਕਰੈਟ ਐਡਵਾਈਜ਼ਰ ਹੋਣ, ਇਹਦੇ 'ਚ ਕੀ ਗੱਲ ਆ? ਐਡਵਾਈਜ਼ਰ ਦੇਖੋ, ਐਡਵਾਈਜ਼ਰ ਜਿਹਨੇ 25-30 ਸਾਲ 40 ਸਾਲ ਇੱਕ ਫੀਲਡ ਤੇ ਕੰਮ ਕੀਤਾ ਹੈਗਾ, ਉਹਦਾ ਐਕਸਪੀਰੀਅੰਸ ਡੈਫੀਨੇਟਲੀ ਜਿਹੜੇ ਨਹੀਂ ਕੀਤਾ ਹੈਗਾ ਉਹਦੇ ਨਾਲੋਂ ਵੱਧ ਹੋਊਗਾ। ਉਹਦੀ ਗੱਲ ਸੁਣ ਲਓ। ਆਪਾਂ ਨੂੰ ਗੱਲ ਸੁਣਨ 'ਚ ਕੀ ਹਰਜ ਹੈਗੀ ਆ? ਸਾਨੂੰ ਤੁਹਾਨੂੰ ਕੀ ਲੱਗਦਾ ਕਿ ਨਰਿੰਦਰ ਮੋਦੀ ਨੇ ਪੰਜਾਬ ਨੂੰ ਕੁਝ ਦੇਣਾ ਨਹੀਂ ਹੈਗਾ? ਤੁਹਾਨੂੰ ਕਿਉਂ ਲੱਗਦਾ ਹੈਗਾ ਜੀ? ਨਹੀਂ, ਦੇਖੋ ਜਿਹੜੇ ਆ ਥੋੜ੍ਹੇ ਦਿਨ ਹੋਏ ਐਡਮਿਨਿਸਟ੍ਰੇਟਿਵ ਰਿਫਾਰਮਸ ਆਏ ਆ, ਉਹਦੇ ਵਿੱਚ ਜਿਹੜਾ ਪਾਲਿਸੀ ਮੈਟਰ ਹੈਗਾ ਉਹਦੇ ਵਿੱਚ ਹਰ ਚੀਜ਼ ਨੂੰ ਸੈਂਟਰਲਾਈਜ਼ ਜਿਹੜਾ ਕੀਤਾ ਜਾ ਰਿਹਾ, ਹਰ ਚੀਜ਼ ਨੂੰ ਜਦੋਂ ਸੈਂਟਰਲਾਈਜ਼ ਕਰੋਗੇ, ਜਦੋਂ ਕੈਪਟਨ ਅਮਰਿੰਦਰ ਸਿੰਘ ਜੀ ਨੇ ਸੁਖਬੀਰ ਬਾਦਲ ਨੂੰ ਮੀਂਹ ਕੈਂਪ ਵਾਲੀ ਉਹ ਜਿਹੜੀ ਹਿਟਲਰ ਦੀ ਬਾਇਓਗ੍ਰਾਫੀ ਦੀ ਕਿਤਾਬ ਭੇਜੀ ਸੀਗੀ, ਬੇਸਿਕਲੀ ਤੁਸੀਂ ਉਦੋਂ ਤੋਂ ਦੇਖ ਲਓ ਤੇ ਗੱਲ ਤਾਂ ਉਧਰ ਨੂੰ ਹੀ ਤੁਰੀ ਜਾਣ ਡਈ ਹੈਗੀ ਆ।
ਗੱਲ ਤਾਂ ਉਧਰ ਨੂੰ ਤੁਰੀ ਜਾਣ। ਇਹ ਠੀਕ ਆ ਵੀ ਅਕਾਲੀ ਦਲ ਵਰਗੇ ਜਿਹੜੀ ਪਾਰਟੀ ਆ ਜਿਹੜੀ ਹਮੇਸ਼ਾ ਵੱਧ ਰਾਜਾਂ ਦੇ ਅਧਿਕਾਰ ਦੀ ਗੱਲ ਕਰਦੀ ਆ, ਉਹ ਅੱਜ ਬਿਲਕੁਲ ਚੁੱਪ। ਨਾ ਉਹ ਕਹਿੰਦੇ ਚੰਗਾ ਆ, ਨਾ ਉਹ ਕਹਿੰਦੇ ਮਾੜਾ ਹੈਗਾ। ਕਮ ਸੇ ਕਮ ਕਿ ਮੋਦੀ ਨੇ ਤਾਂ ਬਹੁਤ ਚੰਗਾ ਕੀਤਾ, ਕਿ ਕੈਪਟਨ ਨਹੀਂ ਚੰਗਾ ਕਰਿਆਗਾ ਜੀ। ਨਹੀਂ ਉਹ ਤਾਂ ਕਹਿਣ ਦੀਆਂ ਗੱਲਾਂ ਹੈਗੀਆਂ ਨਾ ਵੀ ਮੋਦੀ ਨੇ ਬਹੁਤ ਚੰਗਾ ਕੀਤਾ, ਕੈਪਟਨ ਨਹੀਂ ਚੰਗਾ। ਬੇਸਿਕਲੀ ਹੁਣ ਜਿਹੜਾ ਆਪਣਾ ਕੋਵਿਡ ਵਾਲਾ ਹੈਗਾ, ਇਹਨੂੰ ਕੁਛ ਕੁ ਇੱਕਾ ਦੁੱਕਾ ਚੀਜ਼ਾਂ ਨੂੰ ਛੱਡ ਕੇ ਇਹਨੂੰ ਬੈਸਟ ਵਧੀਆ ਹੈਂਡਲ ਕੀਤਾ ਹੈਗਾ। ਭਾਈ ਮੇਰਾ ਆਖਰੀ ਸਵਾਲ ਆ ਕਿ ਅਕਾਲੀ ਦਲ ਲਗਾਤਾਰ ਪ੍ਰੈਸ ਕਾਨਫਰੰਸ ਕਰ ਰਹੇ ਨੇ, ਜਨਤਾ ਕੋਲ ਜਾ ਰਹੇ ਨੇ ਮੀਡੀਆ ਦੇ ਮਾਧਿਅਮ ਦੇ ਨਾਲ, ਕਿ ਸ਼ਰਾਬ ਦੇ ਮਸਲੇ ਦੇ ਵਿੱਚ ਤੇ ਐਕਸਾਈਜ਼ ਦੇ ਦੂਜਾ ਰੇਤਾ ਦੇ ਮਸਲੇ ਕਾਂਗਰਸ ਸਰਕਾਰ ਨੇ ਲੁੱਟ ਕੇ ਖਾ ਲਿਆ ਪੰਜਾਬ ਨੂੰ। ਨਹੀਂ ਉਹ ਨਾ ਦੇਖੋ, ਮੈਂ ਤਾਂ ਕਦੀ ਕੋਈ ਗੱਲ ਲੁਕਾਉਂਦਾ ਨਹੀਂ ਹੈ। ਅਜੇ ਤੱਕ 10 ਸਾਲ ਲੋਕਾਂ ਨੂੰ ਉਹਨਾਂ ਦੇ ਭੁੱਲੇ ਨਹੀਂ ਹੈਗੇ, ਠੀਕ ਹੈ ਨਾ। ਪਰ ਸਾਨੂੰ ਵੀ ਉਹਦੇ ਤੇ ਕਿਤੇ ਨਾ ਕਿਤੇ ਪੜਚੋਲ ਕਰਨ ਦੀ ਜ਼ਰੂਰਤ ਹੈਗੀ ਆ। ਜੇ ਕੋਈ ਇਨਕੁਆਇਰੀ ਦੀ ਜ਼ਰੂਰਤ ਹੈ, ਇਨਕੁਆਇਰੀ ਕਰਾ ਲਓ। ਜੋ ਕੁਝ ਕਰਨ ਦੀ ਜ਼ਰੂਰਤ ਹੈ ਕਰ ਲਓ, ਤਾਂ ਕਿ ਕਿਉਂਕਿ CLP ਦੀ ਮੀਟਿੰਗ ਬੁਲਾਉਣੀ ਚਾਹੀਦੀ ਆ, ਉਹਦੇ ਵਿੱਚ ਡਿਸਕਸ ਕਰੋ, ਲੇਕਿਨ ਉਹਦੇ ਵਿੱਚ ਸਟ੍ਰਿਕਟਲੀ ਇੰਪਲੀਮੈਂਟ ਵੀ ਕਰੋ। ਇਹ ਨਾ ਹੋਵੇ ਵੀ ਤੁਹਾਡਾ ਕਿਹਾ ਸਿਰ ਮੱਥੇ ਪਰ ਨਾਲਾ ਉੱਥੇ ਦਾ ਉੱਥੇ। ਚਲੋ ਬਹੁਤ ਮਿਹਰਬਾਨੀ। ਸਨ ਪਦਮ ਸ਼੍ਰੀ ਪ੍ਰਗਟ ਸਿੰਘ ਜਿਨ੍ਹਾਂ ਨੇ ਸਾਫ਼ ਦਿਲ ਦੀਆਂ ਗੱਲਾਂ ਆਖੀਆਂ ਕਿ ਡੈਮੋਕ੍ਰੇਸੀ ਹਰ ਇੱਕ ਨੂੰ ਬੋਲਣ ਦਾ ਹੱਕ ਹੈ, ਪਰ ਜਿੱਥੋਂ ਤੱਕ ਮਸਲਾ ਹੈ ਕਿ ਪੰਜਾਬ ਦੀ ਜਨਤਾ ਨਾਲ ਕਾਂਗਰਸ ਪਾਰਟੀ ਨੇ ਵਾਅਦੇ ਕੀਤੇ ਤੇ 22 ਬਹੁਤ ਹੀ ਦੂਰ ਨਹੀਂ, ਉਹ ਵਾਅਦਿਆਂ ਤੇ ਸਾਨੂੰ ਪੂਰਾ ਕਰਨਾ ਪਊਗਾ, ਉੱਥੇ ਵਾਅਦਿਆਂ ਤੇ ਉਤਰਨਾ ਪਊਗਾ ਤੇ ਫਿਰ ਹੀ ਅੱਗੇ ਅਸੀਂ ਲੋਕਾਂ ਨੂੰ ਮੂੰਹ ਦਿਖਾਉਣ ਜੋਗੇ ਹੋਵਾਂਗੇ। ਕੈਮਰਾ ਮਨਦੀਪ ਸਿੰਘ ਦੇ ਨਾਲ ਜਗਤਾਰ ਸਿੰਘ, ਨਿਊਜ਼ ਚੰਡੀਗੜ੍ਹ।